ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸ਼੍ਰੀ ਸਹਿਜ ਪਾਠ ਉਚਾਰਨ ਮੁਕਾਬਲਿਆਂ ਦੇ ਚੱਲਦੇ ਆ ਅੱਜ ਜੀ ਪਹੁੰਚੇ ਆ ਜੀ ਮੱਤੇਵਾਲ ਵਿਖੇ ਗੁਰਦੁਆਰਾ ਗੁਰ ਕੀ ਬੇਰ। ਸਾਡੇ ਕੋਲ ਸਕੂਲ ਪਹੁੰਚਿਆ ਜੀ ਸ਼੍ਰੀ ਗੁਰੂ ਸਪਰਿੰਗ ਬਰਡ ਸਕੂਲ ਸੈਦੋ ਲੇਹਲ ਪਿੰਡ ਤੋਂ ਸਾਡੇ ਕੋਲ ਪਹੁੰਚੇ ਨੇ। ਖੁਜਾਲਾ ਸੈਦੋ ਲੇਹਲ ਖੁਜਾਲਾ ਤੋਂ ਆਏ ਨੇ ਬੱਚੇ ਜੀ। ਨਾਲ ਇਹਨਾਂ ਦੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਵੀ ਨੇ। ਇਹਨਾਂ ਦੇ ਕਾਫੀ ਬੱਚੇ ਸਕੂਲ ਦੇ ਸਹਿਜ ਪਾਠ ਕਰਦੇ ਨੇ ਤੇ ਇਹਨਾਂ ਨੇ ਅੱਜ ਘੱਟ ਤੋਂ ਘੱਟ ਇੱਕ ਵਾਰੀ ਸਹਿਜ ਪਾਠ ਸੰਪੂਰਨ ਕਰਕੇ ਸਾਡੇ ਕੋਲ ਪਹੁੰਚੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਆ, ਇਹਨਾਂ ਦਾ ਕੀ ਅਨੁਭਵ ਹੈ ਸਹਿਜ ਪਾਠ ਜੀ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਕੀ ਨਾਮ ਆਪ ਜੀ ਦਾ? ਸਰ ਮੇਰਾ ਨਾਮ ਨਵਦੀਪ ਕੌਰ ਆ। ਨਵਦੀਪ ਕੌਰ ਜੀ ਕਿਹੜੀ ਕਲਾਸ ਪੜ੍ਹਦੇ ਹੋ? 10ਵੀਂ ਚ। 10ਵੀਂ ਕਲਾਸ ਚ ਪੜ੍ਹਦੇ ਹੋ। ਕਿੰਨਵਾਂ ਸਹਿਜ ਪਾਠ ਆਪ ਜੀ ਦਾ? ਸਰ ਮੇਰਾ ਇਹ 7ਵਾਂ ਸਹਿਜ ਪਾਠ ਚੱਲਦਾ ਪਿਆ ਵਾ। 7ਵਾਂ ਸਹਿਜ ਪਾਠ ਚੱਲਦਾ ਪਿਆ, ਸ਼ਾਬਾਸ਼। ਤੇ ਕਿਹੜੀ ਕਲਾਸ ਸਹਿਜ ਪਾਠ ਸ਼ੁਰੂ ਕੀਤਾ ਸੀ ਪਹਿਲਾਂ? ਸਰ ਮੈਂ 6ਵੀਂ ਕਲਾਸ ਤੋਂ ਸਹਿਜ ਪਾਠ ਸ਼ੁਰੂ ਕੀਤਾ ਸੀ। 6ਵੀਂ ਕਲਾਸ ਚ ਕਰ ਲਿਆ ਸੀ। ਹਾਂਜੀ। ਤੇ ਤੁਹਾਡੇ ਘਰ ਵਿੱਚ ਹੁਣ ਕੋਈ ਹੋਰ ਵੀ ਕਰਦਾ ਪਿਆ ਸਹਿਜ ਪਾਠ? ਹਾਂਜੀ ਸਰ, ਮੇਰੀ ਛੋਟੀ ਭੈਣ ਆ, ਉਹ 5ਵੀਂ ਜਮਾਤ ਚ ਆ, ਉਹ ਵੀ ਕਰਦੀ ਆ। ਮੇਰੇ ਮੰਮਾ ਵੀ ਕਰਦੇ, ਮੇਰੇ ਚਾਚੀ ਜੀ ਵੀ ਕਰਦੇ ਆ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਤੁਹਾਡੇ ਵੱਲ ਵੇਖ ਕੇ ਸਾਰਿਆਂ ਨੇ ਸ਼ੁਰੂ ਕੀਤਾ? ਹਾਂਜੀ ਸਰ, ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤਾ ਸੀ, ਫਿਰ ਮੇਰੇ ਮੰਮਾ ਜੀ, ਚਾਚੀ ਜੀ ਤੇ ਹੁਣ ਮੇਰੀ ਛੋਟੀ ਸਿਸਟਰ ਆਪ ਉਹਨਾਂ ਨੇ ਵੀ ਜਪੋ ਕੀਤਾ। ਅਵਰੇ ਨਾਮ ਜਪਾਓ, ਹਨਾ, ਮਤਲਬ ਕਿ ਇਹੋ ਪੰਕਤੀ ਇੱਥੇ ਟੁਕਦੀ ਹੈ ਜੀ। ਤੇ ਕੀ ਅਨੁਭਵ ਆਪ ਜੀ ਦਾ? ਤੁਸੀਂ 7 ਸਹਿਜ ਪਾਠ ਕਰ ਲਏ ਨੇ, ਤੁਹਾਨੂੰ ਕਿਦਾਂ ਦਾ ਲੱਗਦਾ ਕਿ ਸਹਿਜ ਪਾਠ ਕਰਨ ਤੋਂ ਪਹਿਲਾਂ ਕੀ ਜ਼ਿੰਦਗੀ ਸੀ ਤੇ ਹੁਣ ਕਿੱਦਾਂ ਦੀ ਜ਼ਿੰਦਗੀ ਹੈ? ਸਰ ਘਰ ਦੇ ਹਾਲਾਤ ਬਹੁਤ ਮਾੜੇ ਸੀ ਪਹਿਲਾਂ, ਜਦੋਂ ਆਪਾਂ ਸਹਿਜ ਪਾਠ ਆਰੰਭ ਨਹੀਂ ਸੀ ਕੀਤਾ। ਬਾਅਦ ਵਿੱਚ ਮੈਂ 5ਵੀਂ ਕਲਾਸ ਚ ਸਪਰਿੰਗ ਬਰਡ ਸਕੂਲ ਚ ਐਡਮਿਸ਼ਨ ਲਈ। ਫਿਰ ਕਵਲਜੀਤ ਮੈਮ ਦੇ ਨਾਲ ਮੇਰਾ ਮਿਲਾਪ ਹੋਇਆ ਤੇ ਇਹਨਾਂ ਨੇ ਮੈਨੂੰ ਸਹਿਜ ਪਾਠ ਦੇ ਨਾਲ ਜੋੜਿਆ ਤੇ ਉਦੋਂ ਤੇ ਮੇਰੇ ਘਰ ਦੇ ਹਾਲਾਤ ਬਹੁਤ ਮਤਲਬ ਸੁਧਰੇ ਆ ਜੀ। ਹਾਂਜੀ, ਤੇ ਮੇਰੇ ਜੀਵਨ ਦੇ ਵਿੱਚ ਵੀ ਤਬਦੀਲੀ ਆਈ। ਮੇਰੀ ਪੜ੍ਹਾਈ ਵੀ ਜਿਹੜੀ ਹੋਰ ਵਧੀਆ ਹੁੰਦੀ ਗਈ, ਪਹਿਲਾਂ ਨਹੀਂ ਇੰਨੀ ਵਧੀਆ, ਹੋਰ ਵਧੀਆ ਹੁੰਦੀ ਗਈ। ਹੋਰ ਵਧੀਆ ਹੁੰਦੀ ਗਈ। ਹਾਂਜੀ, ਮਤਲਬ ਕਿ ਤੁਸੀਂ ਤਕਰੀਬਨ 7-8 ਮਹੀਨੇ ਵਿੱਚ ਇੱਕ ਵਾਰੀ ਸਮਾਪਤੀ ਕਰ ਲੈਂਦੇ ਹੋ? ਹਾਂਜੀ। ਡੇਲੀ ਕਰਦੇ ਹੋ ਪਾਠ ਹੁੰਦਾ? ਕਿੰਨਾ ਕੁ ਸਮਾਂ ਲਗਾਉਂਦੇ ਹੋ ਡੇਲੀ? ਸਰ ਘੰਟਾ, 1 ਘੰਟਾ। 1 ਘੰਟਾ ਲਗਾ ਲੈਂਦੇ ਹੋ? ਹਾਂਜੀ। ਵਾਹ ਜੀ, ਇੰਨਾ ਮੈਨੇਜ ਕਰ ਲੈਂਦੇ ਪੜ੍ਹਾਈ ਨਾਲ? ਹਾਂਜੀ ਸਰ। ਸਵੇਰੇ ਕਰਦੇ ਕਿ ਸ਼ਾਮ ਨੂੰ ਜ਼ਿਆਦਾ ਕਰਦੇ? ਸਰ ਸ਼ਾਮ ਨੂੰ ਕਰ ਲਈਦਾ ਵਾ। ਸ਼ਾਮ ਨੂੰ ਵੀ ਕਰ ਲੈਂਦੇ, ਮਤਲਬ ਕਿ ਜਦੋਂ ਸਮਾਂ ਮਿਲਦਾ ਹੈ ਤੁਸੀਂ ਮਤਲਬ ਕਿ ਘੱਟ ਤੋਂ ਘੱਟ 1 ਘੰਟਾ ਉਧਰ ਲਾ ਲੈਂਦੇ ਹੋ। ਤੇ ਕੋਈ ਟੀਵੀ ਵਗੈਰਾ ਜਾਂ ਫੋਨ ਵੇਖਣ ਦਾ ਕੋਈ ਤੁਹਾਨੂੰ ਹੁੰਦਾ ਨਹੀਂ ਕਿ ਮੈਂ ਵੀ ਫੋਨ ਵੇਖਾਂ? ਅੱਜ ਕੱਲ੍ਹ ਦੇ ਬੱਚੇ ਜੀ ਬੜਾ ਫੋਨ ਦੇਖਦੇ ਨੇ, ਹਨਾ? ਨਹੀਂ ਸਰ, ਪਹਿਲਾਂ ਪੜ੍ਹਾਈ ਤੇ ਗੁਰਬਾਣੀ, ਫਿਰ ਅੱਗੇ ਕੋਈ ਕੰਮ। ਮੋਬਾਈਲ। ਬਿਲਕੁਲ ਬਿਲਕੁਲ, ਸ਼ਾਬਾਸ਼ ਪੁੱਤਰ। ਦੇਖੋ ਜਿਹੜੇ ਵੀ ਬੱਚੇ ਮੇਰੀ ਗੱਲ ਸੁਣਦੇ, ਬੇਟੀ ਨੇ ਬਹੁਤ ਇਹ ਗੱਲ ਕਹੀ ਕਿ ਪਹਿਲਾਂ ਪੜ੍ਹਾਈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਸਾਨੂੰ ਸਿੱਖਿਆ ਦਿੱਤੀ ਆ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਹਨਾ? ਤੇ ਕਿਰਤ, ਤੁਹਾਡੀ ਕਿਰਤ ਕੀ ਹੈ? ਪੜ੍ਹਨਾ। ਤੁਹਾਡੀ ਸਭ ਤੋਂ ਪਹਿਲੀ ਕਿਰਤ ਕੀ ਹੈ? ਪੜ੍ਹਨਾ, ਹਨਾ? ਤੇ ਤੁਸੀਂ ਸਭ ਤੋਂ ਪਹਿਲੀ ਕਿਰਤ ਆਪਣੀ ਕਰਨੀ ਪੜ੍ਹਾਈ, ਫਿਰ ਬਾਅਦ ਗੁਰਬਾਣੀ, ਫਿਰ ਸਮਾਂ ਲੱਗੇ ਤੇ ਟੀਵੀ ਜਾਂ ਮੋਬਾਈਲ, ਹਨਾ? ਉਹ ਤੋਂ ਵੀ ਕੋਈ ਚੰਗੀ ਸਿੱਖਿਆ ਲੈਣੀ ਹੈ। ਪਰ ਹਾਂ, ਸ਼ਾਬਾਸ਼ ਪੁੱਤਰ। ਆਪ ਜੀ ਦਾ ਸ਼ੁਭ ਨਾਮ ਜੀ? ਸਿਮਰਨਜੋਤ ਕੌਰ। ਸਿਮਰਨਜੋਤ ਕੌਰ ਜੀ, ਕਿਹੜੀ ਕਲਾਸ ਪੜ੍ਹਦੇ ਹੋ? ਹਾਂਜੀ, ਮੈਂ 10ਵੀਂ ਜਮਾਤ ਵਿੱਚ। 10ਵੀਂ ਜਮਾਤ ਪੜ੍ਹਦੇ ਹੋ। ਕਿੰਨਵਾਂ ਸਹਿਜ ਪਾਠ ਆਪ ਜੀ ਦਾ? ਮੇਰਾ ਦੂਸਰਾ ਸਹਿਜ ਪਾਠ ਹੈ। ਦੂਸਰਾ ਸਹਿਜ ਪਾਠ। ਕੀ ਅਨੁਭਵ ਆਪ ਜੀ ਦਾ? ਮੇਰੇ ਜ਼ਿੰਦਗੀ ਦੇ ਵਿੱਚ ਇਹ ਅਨੁਭਵ ਸਹਿਜ ਪਾਠ ਕਰਕੇ ਆਇਆ ਕਿ ਜਦੋਂ ਸਾਡੇ ਘਰ ਦੇ ਹਾਲਾਤ ਬੜੇ ਹੀ ਮਾੜੇ ਸੀ ਜੀ, ਪਰ ਜਦੋਂ ਸਹਿਜ ਪਾਠ ਮੈਂ ਆਰੰਭ ਕੀਤਾ, ਕਵਲਜੀਤ ਮੈਮ ਨੇ ਮੈਨੂੰ ਕਰਾਇਆ ਜੀ, ਤਾਂ ਹੌਲੀ ਹੌਲੀ ਘਰ ਦੇ ਹਾਲਾਤ ਸੁਧਰਨ ਲੱਗੇ। ਮੇਰੇ ਪਿਤਾ ਜੀ ਵੀ ਜ਼ਿਆਦਾਤਰ ਬਿਮਾਰ ਰਹਿੰਦੇ ਹੁੰਦੇ ਸੀ, ਉਹਨਾਂ ਦੇ ਵੀ ਚਲੋ ਬਿਮਾਰੀ ਹੁਣ ਚਲੋ ਸਹੀ ਹੋਏ ਆ। ਮੈਨੂੰ ਵੀ ਹੁੰਦਾ ਹੈ ਕਿ ਮੈਂ ਬਹੁਤ ਡਰ ਜਾਂਦੀ ਹੁੰਦੀ ਸੀ ਰਾਤ ਨੂੰ, ਮੈਨੂੰ ਬੜਾ ਡਰ ਲੱਗਦਾ ਸੀ, ਪਰ ਮੈਂ ਸਹਿਜ ਪਾਠ ਕਰਨ ਨਾਲ ਮੇਰਾ ਇੰਨਾ ਹੋਇਆ, ਹੌਸਲਾ ਹੋਣ ਲੱਗਾ ਤੇ ਮੈਂ ਸਹਿਜ ਪਾਠ ਕਰਦੀ ਹਾਂ। ਤੇ ਮੇਰੇ ਤਾਇਆ ਜੀ ਵੀ ਨਾਲ ਇਹਨਾਂ ਨਾਲ ਕਰਨ ਲੱਗੇ। ਆਪ ਜੀ ਵੱਲ ਵੇਖ ਕੇ ਤੁਹਾਡਾ ਤਾਇਆ ਜੀ ਵੀ ਸਹਿਜ ਪਾਠ ਕਰਨ ਲੱਗ ਪਏ? ਤੇ ਮੇਰਾ ਨਿੱਕਾ ਭਰਾ ਵੀ, ਮੈਮ ਨੇ ਗਏ ਸੀ ਮਾਤਾ ਕੋਲਾ ਜੀ ਭਲਾਈ ਕਹਿੰਦਾ ਸੀ, ਉੱਥੇ ਜਾ ਕੇ ਆਰੰਭ ਕੀਤਾ। ਮੇਰੇ ਛੋਟੇ ਭਰਾ ਨੇ ਵੀ। ਦੇਖੋ ਗੁਰੂ ਨਿਰਭਉ ਆ, ਹਨਾ? ਉਹ ਨਿਰਭਉ ਖੁਦ ਹੈ, ਜੇ ਤੁਹਾਨੂੰ ਵੀ ਨਿਰਭਉ ਬਣਾ ਦੇਣਾ ਉਹਨੇ। ਕੋਈ ਕਿਸੇ ਚੀਜ਼ ਦਾ ਡਰ ਨਹੀਂ, ਕੋਈ ਹਨੇਰੇ ਦਾ ਡਰ ਨਹੀਂ, ਹਨਾ? ਜਾਂ ਕੋਈ ਬੁਰੇ ਨਾਲ ਲੜਨ ਦਾ ਡਰ ਨਹੀਂ। ਜ਼ਿੰਦਗੀ ਵਿੱਚ ਕਿਤੇ ਵੀ ਤੁਹਾਨੂੰ ਕੋਈ ਮੁਸ਼ਕਿਲ ਦੀ ਘੜੀ ਆ ਜਾਏ, ਉੱਥੇ ਵੀ ਡਰਨ ਦੀ ਲੋੜ ਨਹੀਂ। ਤੁਸੀਂ ਨਿਰਭਉ ਹੋ ਜਾਓਗੇ ਜਦੋਂ ਗੁਰਬਾਣੀ ਪੜੋਗੇ। ਹਾਂ, ਸ਼ਾਬਾਸ਼। ਸਹਿਜ ਪਾਠ ਕਰਨ ਨਾਲ ਮੇਰੇ ਅੰਦਰ ਇੰਨੀ ਸਹਿਜ ਆ ਗਿਆ ਨਾ ਕਿ ਮੈਂ ਹਰ ਗੱਲ ਤੇ ਪਹਿਲਾਂ ਜਿੱਦਦੀ ਹੁੰਦੀ ਸੀ ਆਪਣੇ ਘਰ ਵਾਲੇ ਸਾਰੇ ਘਰਦਿਆਂ ਨਾਲ, ਬੜਾ ਜਿੰਨਾ, ਪਰ ਇੰਨਾ ਸਹਿਜ ਪਾਠ ਕਰਨ ਨਾਲ ਮੈਨੂੰ ਸਹਿਜ ਆਇਆ। ਹੁਣ ਮੈਨੂੰ ਸਾਰੇ ਇਦਾਂ ਕਹਿੰਦੇ ਕਿ ਧੀ ਸਿਆਣੀ ਹੋ ਗਈ ਹੈ। ਸ਼ਾਬਾਸ਼। ਦੇਖੋ ਜੀ, ਮਤਲਬ ਕਿ ਅੱਜ ਕੱਲ੍ਹ ਸਾਰੇ ਮਾਪਿਆਂ ਦੀ ਇਹੋ ਹੀ ਗੱਲ ਹੁੰਦੀ ਆ ਕਿ ਸਾਡੇ ਬੱਚੇ ਖਿੱਚਦੇ ਬਹੁਤ ਨੇ, ਸਾਨੂੰ ਅੱਗੋਂ ਬਹੁਤ ਖਿੱਚ ਕੇ ਪੈਂਦੇ ਨੇ, ਕੋਈ ਕੰਮ ਕਹੀਏ, ਹਨਾ? ਤੇ ਅੱਗੋਂ ਮਤਲਬ ਕਿ ਬਹੁਤ ਖਿੱਚ ਕੇ ਪੈਂਦੇ ਨੇ। ਪਰ ਬੇਟੀ ਨੇ ਬੜੀ ਵਧੀਆ ਗੱਲ ਕੀਤੀ ਕਿ ਸਹਿਜ ਪਾਠ ਕਰਨਾ ਸਹਿਜ ਆ ਗਿਆ। ਤਾਂ ਹੀ ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ ਪੁੱਤਰ ਸਹਿਜ ਪਾਠ ਕਰਿਆ ਕਰੋ, ਸਹਿਜ ਪਾਠ ਨਾਲ ਜੁੜੋ, ਤਾਂ ਕਿ ਸਾਡਾ ਜੀਵਨ ਬਦਲ ਸਕੇ, ਸਾਡਾ ਸੁਭਾਅ ਬਦਲ ਸਕੇ, ਹਨਾ? ਹਾਂ, ਸ਼ਾਬਾਸ਼ ਪੁੱਤਰ। ਤੁਹਾਡਾ ਕੀ ਨਾਮ ਹੈ? ਖੁਸ਼ਪ੍ਰੀਤ ਕੌਰ। ਖੁਸ਼ਪ੍ਰੀਤ ਕੌਰ ਜੀ, ਕਿਹੜੀ ਕਲਾਸ ਪੜ੍ਹਦੇ ਹੋ? 8ਵੀਂ। 8ਵੀਂ ਕਲਾਸ। ਕਿੰਨਵਾਂ ਸਹਿਜ ਪਾਠ ਆ ਜੀ ਦਾ? ਤੀਸਰਾ। ਤੀਸਰਾ ਸਹਿਜ ਪਾਠ ਹੈ। ਪਹਿਲਾਂ ਕਦੋਂ ਸ਼ੁਰੂ ਕੀਤਾ ਸੀ? ਚੌਥੀ ਜਮਾਤ ਚ। ਅੱਛਾ, 4th ਕਲਾਸ ਸਹਿਜ ਪਾਠ ਸ਼ੁਰੂ ਕਰ ਲਿਆ ਸੀ? ਹਾਂਜੀ। ਤੇ ਤੁਸੀਂ ਉਹ ਆਪ ਕਰਦੇ ਸੀ, ਕਿਸੇ ਨਾਲ ਮਿਲ ਕੇ ਕਰਦੇ ਸੀ ਸਹਿਜ ਪਾਠ? ਮੈਂ ਆਪਣੇ ਬ੍ਰਦਰ ਨਾਲ ਕਰਦੀ ਸੀ। ਅੱਛਾ, ਆਪਣੇ ਬ੍ਰਦਰ ਨਾਲ ਕਰਦੇ ਸੀ। ਹੁਣ ਉਹ ਕਰਦੇ ਪਏ ਸਹਿਜ ਪਾਠ? ਉਹ ਵੀ? ਹਾਂਜੀ, ਉਹ ਵੀ ਕਰਦੇ। ਉਹ ਵੱਡੇ ਨੇ ਤੁਹਾਡੇ ਤੋਂ? ਹਾਂਜੀ। ਕਿਹੜੀ ਕਲਾਸ ਪੜ੍ਹਦੇ ਨੇ ਉਹ? ਉਹ ਆਇਲਸ ਕਰਦੀ ਉਹਨਾਂ ਨੇ। ਅੱਛਾ, ਆਇਲਟਸ ਕਰ ਲਈ ਉਹਨਾਂ ਨੇ। ਸ਼ਾਬਾਸ਼। ਤੇ ਤੁਸੀਂ ਉਹਨਾਂ ਨਾਲ ਪਹਿਲਾ ਸਹਿਜ ਪਾਠ ਆਪਣਾ ਆਰੰਭ ਕੀਤਾ? ਹਾਂਜੀ। ਤੇ ਫਿਰ ਬਾਅਦ ਦੂਜਾ? ਦੂਜਾ ਮੈਂ ਖੁਦ ਕੀਤਾ। ਅੱਛਾ, ਦੂਜਾ ਫਿਰ ਤੁਸੀਂ ਆਪੇ ਆਰੰਭ ਕਰ ਲਿਆ ਸੀ? ਤੇ ਪਹਿਲਾਂ ਤੁਸੀਂ ਕਦੋਂ ਤੱਕ ਸਮਾਪਤ ਕਰ ਲਿਆ ਸੀ 4th ਕਲਾਸ ਸ਼ੁਰੂ ਕਰਕੇ? 10ਵੇਂ ਮਹੀਨੇ ਤੱਕ।
ਅੱਛਾ 10 ਮਹੀਨੇ ਚ ਤੁਸੀਂ ਉਹਨਾਂ ਸਮਾਪਤੀ ਕਰ ਲਈ ਹਾਂਜੀ। ਮਤਲਬ ਕਿ ਤੁਸੀਂ 5ਵੀਂ ਕਲਾਸ ਦੇ ਵਿੱਚ ਆਪਣਾ ਸਹਿਜ ਪਾਠ ਖੁਦ ਸ਼ੁਰੂ ਕਰ ਲਿਆ ਸੀ ਹਾਂਜੀ। ਤੇ ਖੁਦ ਕਰਦੇ ਹੁੰਦੇ ਸੀ। ਹਾਂਜੀ। ਸ਼ਾਬਾਸ਼ ਪੁੱਤਰ, ਬਹੁਤ ਵਧੀਆ। ਤੇ ਕੀ ਅਨੁਭਵ ਆਪ ਜੀ ਦਾ ਸਹਿਜ ਪਾਠ ਬਾਰੇ? ਹਾਂਜੀ, ਜਦੋਂ ਅਸੀਂ ਸਹਿਜ ਪਾਠ ਨਹੀਂ ਸੀ ਆਰੰਭ ਕੀਤਾ ਤਾਂ ਮੇਰੇ ਤਾਈ ਜੀ ਬਹੁਤ ਬਿਮਾਰ ਹੁੰਦੇ ਸੀ, ਉਹਨਾਂ ਦੇ ਨਾ ਸਿਰ 'ਚ ਸੱਟ ਲੱਗ ਗਈ ਸੀ। ਜੀ। ਤਾਂ ਹਾਂਜੀ, ਫਿਰ ਅਸੀਂ ਸਹਿਜ ਪਾਠ ਆਰੰਭ ਕੀਤਾ ਤੇ ਉਹਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆਇਆ ਤੇ ਉਹ ਹੁਣ ਕਾਫੀ ਠੀਕ ਰਹਿੰਦੇ ਤੁਹਾਡੀ ਸੀ। ਜੁਆਇੰਟ ਫੈਮਿਲੀ ਹੈ? ਹਾਂਜੀ। ਹਾਂ, ਬਹੁਤ ਵਧੀਆ। ਵੇਖੋ ਜੀ, ਕਿਤੇ ਜ਼ਿਆਦਾਤਰ ਸਾਨੂੰ ਇਹ ਬੜਾ ਵੇਖਣ ਨੂੰ ਮਿਲਿਆ ਹੈ ਕਿ ਜਿਹੜੇ ਜਿਨ੍ਹਾਂ ਦੇ ਘਰ 'ਚ ਗੁਰਬਾਣੀ ਹੈ ਨਾ, ਤੇ ਅੱਜ ਵੀ ਉਹ ਪਰਿਵਾਰ ਇਕੱਠੇ ਹੋ ਕੇ ਰਹਿੰਦੇ ਨੇ, ਹਨਾ। ਨਹੀਂ ਤੇ ਇਹ ਬਹੁਤ ਨਿਖੇੜਵਾ ਆ ਗਿਆ, ਬੜਾ ਦੁਖਾਂਤ ਆ ਗਿਆ ਸਾਡੇ ਇਸ ਪੰਜਾਬ ਵਿੱਚ ਕਿ ਅਸੀਂ ਪਰਿਵਾਰ ਖੇਰੂ ਹੋ ਚੁੱਕੇ ਆ। ਪਰ ਕਾਫੀ ਹੱਦ ਤੱਕ ਜਿੰਨੇ ਬੱਚਿਆਂ ਦਾ ਅਨੁਭਵ ਲਿੱਤਾ ਹੈ ਨਾ, ਤੇ ਮੇਰੇ ਹਿਸਾਬ ਨਾਲ 50% ਬੱਚੇ ਸਾਨੂੰ ਇਹੋ ਜਿਹੇ ਮਿਲੇ ਨੇ ਕਿ ਜਿਨ੍ਹਾਂ ਦੇ ਪਰਿਵਾਰ ਇਕੱਠੇ ਰਹਿੰਦੇ ਨੇ। ਉਹ ਤਾਂ ਹੀ ਕਿਉਂਕਿ ਗੁਰਬਾਣੀ ਘਰ ਵਿੱਚ ਹੈ ਤੇ ਏਕਾ ਬਣਿਆ ਰਹਿੰਦਾ, ਕਿਉਂਕਿ ਵਿਚਾਰ ਇੱਕ ਹੋ ਜਾਂਦੀ ਹੈ, ਹਨਾ। ਜਦੋਂ ਗੁਰਬਾਣੀ ਘਰ 'ਚ ਹੋਵੇ ਤੇ ਵਿਚਾਰਾਂ ਇੱਕ ਹੋ ਜਾਂਦੀਆਂ ਨੇ, ਵਿਚਾਰਾਂ ਇੱਕ ਹੋਣ ਤੇ ਆਪਾਂ ਇੱਕ ਛੱਤ ਥੱਲੇ ਇਕੱਠੇ ਰਹਿ ਸਕਦੇ ਹਾਂ। ਬਹੁਤ ਵਧੀਆ ਪੁੱਤਰ, ਸ਼ਾਬਾਸ਼ ਜੀ। ਹੋਰ ਤੁਸੀਂ ਕੋਈ ਬੱਚਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋ, ਸਟੂਡੈਂਟ ਨੂੰ ਕੋਈ ਸਹਿਜ ਪਾਠ ਬਾਰੇ? ਹਾਂਜੀ, ਸਹਿਜ ਪਾਠ ਕਰਨ ਨਾਲ ਨਾ ਘਰ 'ਚ ਏਕਤਾ ਬਣੀ ਰਹਿੰਦੀ ਆ। ਪਹਿਲਾਂ ਜਦੋਂ ਅਸੀਂ ਸਹਿਜ ਪਾਠ ਨਹੀਂ ਸੀ ਕਰਦੇ ਤਾਂ ਸਾਡੇ ਘਰ 'ਚ ਕਾਫੀ ਝਗੜੇ ਵਗੈਰਾ ਹੁੰਦੇ ਸੀ। ਬਿਲਕੁਲ ਬਿਲਕੁਲ। ਹਾਂਜੀ, ਜਦੋਂ ਸਹਿਜ ਪਾਠ ਅਸੀਂ ਕਰਨ ਡਿਆ ਪਏ ਤਾਂ ਸਾਡੇ ਘਰ 'ਚ ਕਾਫੀ ਸੁਧਾਰ ਆਏ ਤੇ ਸੁਧਾਰ ਹੈ, ਬਿਲਕੁਲ। ਹਾਂਜੀ, ਕੋਈ ਲੜਦਾ ਨਹੀਂ ਸੀ। ਸ਼ਾਬਾਸ਼ ਪੁੱਤਰ। ਆਪ ਜੀ ਦਾ ਸ਼ੁਭ ਨਾਮ ਜੀ? ਹਰਸਿਮਰਨਪ੍ਰੀਤ ਕੌਰ। ਹਰਸਿਮਰਨਪ੍ਰੀਤ ਕੌਰ ਜੀ, ਕਿਹੜੀ ਕਲਾਸ ਪੜ੍ਹਦੇ ਹੋ? 10ਵੀਂ। 10ਵੀਂ ਕਲਾਸ। ਕਿੰਨਵਾਂ ਸਹਿਜ ਪਾਠ ਆਪ ਜੀ ਦਾ? 5ਵਾਂ। 5ਵਾਂ ਸਹਿਜ ਪਾਠ। ਸ਼ਾਬਾਸ਼। ਤੇ ਕੀ ਮਹਿਸੂਸ ਕਰਦੇ ਪਏ ਹੋ ਆਪ ਜੀ? ਸਰ, ਮੇਰਾ ਜਿਹੜਾ ਬ੍ਰਦਰ ਸੀ ਨਾ ਛੋਟਾ, ਉਹ ਪਹਿਲਾਂ ਚੱਲਦਾ ਨਹੀਂ ਹੁੰਦਾ ਸੀਗਾ। ਉਹ By ਬਹੁਤ birth? ਬਹੁਤ ਕਮਜ਼ੋਰ ਸੀਗਾ। ਅੱਛਾ। ਸਰ, ਹੁਣ ਉਹ ਬਹੁਤ ਵਧੀਆ ਚੱਲਦਾ ਵੀ, ਉਹ ਸਿਹਤ ਬਹੁਤ ਵਧੀਆ ਵਾ। ਮਤਲਬ ਕਿ ਜਦੋਂ ਤੁਸੀਂ ਸਹਿਜ ਪਾਠ ਕਰਦੇ ਸੀ ਤੇ ਉਹਦੇ ਬਾਰੇ ਅਰਦਾਸ ਕਰਦੇ ਹੋਗੇ ਕਿ ਹਾਂਜੀ। ਹਨਾ ਇਹ ਠੀਕ ਹੋ ਜੇ, ਤੇ ਹਾਂਜੀ। ਹੁਣ ਬਿਲਕੁਲ ਮਤਲਬ ਕਿ ਹਾਂਜੀ। ਨਾਰਮਲ ਹੋ ਗਿਆ, ਮਤਲਬ ਕਿ ਹਾਂਜੀ। ਸ਼ਾਬਾਸ਼। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਦੇਖੋ ਬੇਟੀ ਦੱਸ ਰਹੀ ਹੈ ਕਿ ਇਹਨਾਂ ਦਾ ਬ੍ਰਦਰ ਸੀ ਤੇ ਉਹ ਬਾਈ ਬਰਥ ਹੀ ਥੋੜੀ ਜਿਹੀ ਤੁਰਨ ਦੀ ਪ੍ਰੋਬਲਮ ਸੀ ਉਹਨਾਂ ਦੀ, ਮਤਲਬ ਕਿ ਲੱਤਾਂ ਕਮਜ਼ੋਰ ਸੀ, ਪਰ ਇਹਨਾਂ ਨੇ ਸਹਿਜ ਪਾਠ ਆਰੰਭ ਕੀਤਾ, ਉਹਨਾਂ ਦੇ ਨਿਮਿਤ ਤੇ ਨਾਲ ਅਰਦਾਸ ਕਰਦੇ ਰਹੇ ਤੇ ਅੱਜ ਉਹ ਬਿਲਕੁਲ ਨਾਰਮਲ ਨੇ, ਆਪਣੀ ਵਧੀਆ ਜ਼ਿੰਦਗੀ ਜੀ ਰਹੇ ਨੇ ਤੇ ਤੁਹਾਡੇ ਤੋਂ ਛੋਟੇ ਨੇ ਉਹ, ਹਨਾ। ਹਾਂਜੀ। ਹਾਂ, ਤੇ ਤੁਸੀਂ ਘਰ ਵਿੱਚ ਕਰੋ ਕੋਈ ਹੋਰ ਸਹਿਜ ਪਾਠ ਕਰਦਾ ਹੈ ਮਾਤਾ ਪਿਤਾ ਜੀ? ਹਾਂਜੀ, ਮੇਰਾ ਬ੍ਰਦਰ ਤੇ ਸਿਸਟਰ। ਅੱਛਾ, ਉਹ ਕਰਦੇ ਨੇ। ਹਾਂਜੀ। ਤੇ ਤੁਹਾਨੂੰ ਕਿਦਾਂ ਦਾ ਲੱਗਦਾ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਸਰ, ਹੁਣ ਕਰਕੇ? ਬਹੁਤ ਵਧੀਆ ਲੱਗਦਾ ਹੈ। ਪਹਿਲਾਂ ਮੇਰੇ ਵਿੱਚ ਬਿਲਕੁਲ ਕੌਨਫੀਡੈਂਸ ਨਹੀਂ ਸੀ ਹੈਗਾ, ਹਾਂ। ਮੈਂ ਕਿਸੇ ਕੁਝ ਵੀ ਕਹਿ ਸਕਾਂ, ਪਰ ਹੁਣ ਮੇਰੇ ਬਹੁਤ ਕੌਨਫੀਡੈਂਸ ਤੁਹਾਡੀ ਗੱਲਾਂ ਤੋਂ ਲੱਗ ਰਿਹਾ, ਬਿਲਕੁਲ ਹਾਂਜੀ। ਬਿਲਕੁਲ। ਹਾਂ, ਮਤਲਬ ਕਿ ਤੁਸੀਂ ਜਿੱਦਾਂ ਗੱਲਬਾਤ ਕਰ ਰਹੇ ਨੇ ਬੱਚੀ ਇਹ, ਤੇ ਕੌਨਫੀਡੈਂਸ ਇਹਨਾਂ ਵਿੱਚ ਬਿਲਕੁਲ ਲੱਗਦਾ। ਤੇ ਹਾਂਜੀ। ਕੌਨਫੀਡੈਂਸ ਤੇ ਭਰਨਾ ਸਾਡੇ ਵਿੱਚ, ਹਨਾ। ਦੇਖੋ ਸਾਨੂੰ ਗੁਰੂ ਸਾਹਿਬ ਨੇ ਇਹ ਚੀਜ਼ਾਂ ਸਿਖਾਉਣੀਆਂ ਨੇ, ਤੇ ਕਿੰਨੇ ਸਿਖਾਉਣੀਆਂ? ਗੁਰੂ ਸਾਹਿਬ ਨੇ ਸਿਖਾਉਣੀਆਂ ਨੇ। ਹਾਂਜੀ। ਹਾਂ, ਤੇ ਤੁਸੀਂ ਕੋਈ ਆਪਣਾ ਸੁਨੇਹਾ ਕੋਈ ਦੇਣਾ ਚਾਹੋ ਸਟੂਡੈਂਟ ਨੂੰ? ਹਾਂਜੀ ਸਰ, ਸਾਡੀ ਲਾਈਫ ਜਿੱਦਾਂ ਮੀਨਸ ਕਿ ਬਹੁਤ ਖਰਾਬ ਆ ਨਾ, ਜੀ। ਤੇ ਹੁਣ ਜਿੱਦਾਂ ਸਹਿਜ ਪਾਠ ਕਰਨਾ ਸਭ ਕੁਝ ਬਦਲ ਜਾਂਦਾ ਹੈ, ਸਭ ਕੁਝ ਵਧੀਆ ਵਧੀਆ ਲੱਗਣ ਲੱਗ ਜਾਂਦਾ ਸਭ ਹੈ। ਕੁਝ ਵਧੀਆ ਵਧੀਆ ਲੱਗ ਰਿਹਾ। ਹਾਂਜੀ। ਹਾਂ, ਸ਼ਾਬਾਸ਼ ਬੇਟਾ। ਸਾਡੇ ਨਾਲ ਸਤਿਕਾਰਯੋਗ ਅਧਿਆਪਕ ਸਾਹਿਬਾਨ ਮੌਜੂਦ ਨੇ ਜੀ, ਇਹਨਾਂ ਨੇ ਕਾਫੀ ਸੇਵਾ ਕੀਤੀ। ਮੈਨੂੰ ਲੱਗਦਾ ਕਿ ਇਹਨਾਂ ਦਾ ਨਾਮ ਬਾਰ-ਬਾਰ ਬੱਚੇ ਲੈ ਰਹੇ ਸੀ। ਆਓ ਅਸੀਂ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਜੀ। ਆਪ ਜੀ ਦਾ ਸ਼ੁਭ ਨਾਮ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿੱਚ ਮੇਰਾ ਸ਼ੁਭ ਨਾਮ ਕਵਲਜੀਤ ਕੌਰ ਜੀ। ਜੀ। ਮੈਂ ਸਪਰਿੰਗ ਬਰਡ ਸਕੂਲ ਸੈਦੋਲਿਲ ਖੁਜਾਲਾ ਤੋਂ ਹਾਂ ਜੀ। ਜੀ। ਮੈਂ ਡਿਊਟੀ ਕਰੀ ਸਤਨਾਮ ਸਰਵ ਕਲਿਆਣ ਟਰਸਟ ਵੱਲੋਂ ਜੀ। ਜੀ। ਹਾਂਜੀ। ਤੇ ਕਾਫੀ ਮੇਰੇ ਕੋਲ ਮਤਲਬ 10 ਕੁ ਸਾਲ ਹੋ ਗਏ ਮੈਨੂੰ ਸਤਨਾਮ ਸਰਵ ਕਲਿਆਣ ਟਰਸਟ ਵਿੱਚ ਡਿਊਟੀ ਕਰਦੇ। ਬਹੁਤ ਵਧੀਆ ਉਪਰਾਲਾ ਜੀ ਉਹਨਾਂ ਦਾ ਵੀ, ਬਿਲਕੁਲ। ਮਹਾਰਾਜ ਨੇ ਸੇਵਾ ਲਾਈ ਆ ਬੱਚਿਆਂ ਦੇ, ਇਹਨਾਂ ਦੇ ਸੇਵਾ ਕਰਨ ਦੇ ਨਾਲ ਮੇਰੀ ਆਪਣੀ ਝੋਲੀ ਵਿੱਚ ਬਹੁਤ ਕੁਝ ਪਿਆ। ਵਾਹ। ਤੇ ਸਹਿਜ ਪਾਠ ਜਿਹੜਾ ਵਾ ਮੈਂ ਸਕੂਲ ਦੇ ਵਿੱਚ ਆਉਣ ਤੋਂ ਬਾਅਦ ਹੀ ਜਿਹੜਾ ਵਾ ਆਰੰਭ ਕੀਤਾ, ਪਹਿਲਾਂ ਨਹੀਂ ਸੀ ਕਰਦੀ ਮੈਂ ਪਾਠ। ਪਤਾ ਸੁਖਮਨੀ ਸਾਹਿਬ ਕਰਦੀ ਸੀਗੀ, ਰੋਲ ਵਗੈਰਾ ਵੀ ਮੈਂ ਲਾਉਂਦੀ ਸੀਗੀ, ਪਰ ਮੈਂ ਸਹਿਜ ਪਾਠ ਜਿਹੜਾ ਵਾ ਉਹ ਆਪਣੇ ਚਾਚਾ ਜੀ ਦੇ ਨਾਲ ਕਰਦੀ ਸੀ। ਆਪਣਾ ਮਤਲਬ ਕੱਲੀ ਨੇ ਪਾਠ ਨਹੀਂ ਸੀ, ਮੈਂ ਪਰਸਨਲੀ ਨਹੀਂ ਸੀ ਕੀਤਾ। ਚਾਚਾ ਜੀ ਮੇਰੇ ਹੈਡ ਗ੍ਰੰਥੀ ਸੀਗੇ ਸ਼ਿਮਲਾ ਦੇ ਵਿੱਚ, ਉੱਥੇ ਹੀ ਮੈਂ ਉਹਨਾਂ ਦੇ ਨਾਲ ਜਿਹੜਾ ਵਾ ਪਾਠ ਕਰਦੀ ਸੀਗੀ। ਤੇ ਸਕੂਲ ਚ ਆਣ ਕੇ ਮੇਰਾ ਸਹਿਜ ਪਾਠ ਜਦੋਂ ਵੀਰ ਜੀ ਦਵਿੰਦਰ ਸਿੰਘ ਆਏ ਸਕੂਲ ਦੇ ਵਿੱਚ, ਤੇ ਮੈਂ ਆਪਣਾ ਸਹਿਜ ਪਾਠ ਜਾਰੀ ਰੱਖਿਆ। ਉਸ ਸਹਿਜ ਪਾਠ ਦੇ ਵਿੱਚ ਹੀ 10 ਮਹੀਨਿਆਂ ਦੇ ਵਿੱਚ ਮੈਂ ਭੋਗ ਪਾਏ ਸੀਗੇ, ਨਾਲ ਨਾਲ ਅਰਥਾਂ ਸਮੇਤ ਮੈਂ ਜਿਹੜਾ ਪਾਠ ਕੀਤਾ ਸੀਗਾ। ਤੇ ਜਦੋਂ ਮੈਂ ਪਾਠ ਕਰਦੀ ਸੀ ਤੇ ਬੜਾ ਵਧੀਆ ਲੱਗਦਾ। ਇੱਕ ਹੀ ਮੇਰਾ ਰੂਮ ਸੀਗਾ, ਇੱਕ ਰੂਮ ਦੇ ਵਿੱਚ ਹੀ ਮੈਂ ਪ੍ਰਸ਼ਾਦਾ ਤਿਆਰ ਕਰਦੀ ਸੀ, ਉੱਥੇ ਹੀ ਮੈਂ ਆਪਣਾ ਵਿਸ਼ਰਾਮ ਕਰਦੀ ਸੀ, ਉੱਥੇ ਹੀ ਮੇਰੇ ਗੈਸਟ ਵਗੈਰਾ ਉੱਥੇ ਹੀ ਆਣ ਕੇ ਬੈਠਦੇ ਸੀਗੇ। ਤੇ ਉਸ ਤੋਂ ਬਾਅਦ ਮੇਰੀ ਜਿਹੜੀ ਸਟੱਡੀ ਸੀਗੀ, ਮੈਂ 9th ਕਲਾਸ ਦੇ ਵਿੱਚੋਂ ਹੀ ਸਕੂਲ ਚੋਂ ਹਟ ਗਈ ਸੀਗੀ, ਕੁਝ ਪ੍ਰੋਬਲਮ ਦਾ ਕਰਕੇ ਮੇਰੇ ਮੰਮੀ ਪਾਪਾ ਨਹੀਂ ਸੀ ਹੈਗੇ। ਉਸ ਤੋਂ ਬਾਅਦ ਮੈਂ ਜਦੋਂ ਸ਼ਿਮਲਾ ਚਲੀ ਗਈ, ਉੱਥੇ ਚਲੋ ਥੋੜਾ ਬਹੁਤਾ ਮੇਰੇ ਜੀਵਨ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੇਰਾ ਬਦਲਾਵ ਆਇਆ। ਫਿਰ ਮੇਰੀ ਮੈਰਿਜ ਹੋ ਗਈ, ਮੇਰੀ ਮੈਰਿਜ 16 ਸਾਲ 5 ਮੰਥ ਦੀ ਹੋ ਗਈ ਸੀਗੀ। ਉਸ ਤੋਂ ਬਾਅਦ ਚਲੋ ਮਹਾਰਾਜ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਤੇ ਮੇਰੇ ਨਾਲ ਉਸ ਤੋਂ ਬਾਅਦ ਜਦੋਂ ਮੈਂ ਸਹਿਜ ਪਾਠ ਜਿਹਦਾ ਮਤਲਬ ਥੋੜੇ ਜਿਹੇ ਅੰਗ ਹੀ ਮੇਰੇ ਹੋਏ ਸੀਗੇ, ਤੇ ਮੇਰੀ 10th ਜਿਹੜੀ ਆ ਉਹ ਮੇਰੀ ਕੰਪਲੀਟ ਹੋ ਗਈ। ਬਿਲਕੁਲ। ਹਾਂਜੀ।
ਉਸ ਤੋਂ ਬਾਅਦ ਮੈਂ 2 ਸਾਲ ਦਾ ਵਿੱਚ ਗੈਪ ਆਇਆ, ਫਿਰ ਮੇਰੀ +2 ਹੋ ਗਈ। +2 ਮਤਲਬ ਕਿ ਤੁਸੀਂ ਥੋੜਾ ਜਿਹਾ ਇੱਕ ਸੰਗਤ ਨੂੰ ਨਾ ਇਹ ਜ਼ਰੂਰ ਦੱਸਿਓ ਕਿ ਜਿਵੇਂ ਤੁਸੀਂ ਤੁਹਾਡਾ ਕੋਈ ਕਮਰਾ ਇੱਕ ਹੀ ਸੀ, ਪਰ ਤੁਸੀਂ ਉੱਥੇ ਸਹਿਜ ਪਾਠ ਕਰਦੇ ਰਹੇ ਹੋ, ਉੱਥੇ ਖਾਂਦੇ ਰਹੇ ਹੋ, ਹਨਾ, ਉੱਥੇ ਸੌਂਦੇ ਰਹੇ ਹੋ, ਗੈਸਟ ਰੂਮ ਵੀ ਸੀ। ਨਹੀਂ ਤੁਸੀਂ ਥੋੜਾ ਜਿਹਾ ਇੱਕ ਸੰਗਤ ਨੂੰ ਇਹ ਥੋੜਾ ਜਿਹਾ ਭਰਮ ਆਪਾਂ ਦੂਰ ਕਰੀਏ ਕਿ ਕੀ ਇਹ ਪੋਸੀਬਲ ਹੈ ਕਿ ਇੱਕ ਕਮਰੇ ਦੇ ਵਿੱਚ ਵੀ ਅਸੀਂ ਪੋਥੀਆਂ ਸਾਹਿਬ ਦਾ ਪਾਠ ਕਰ ਸਕਦੇ ਹਾਂ? ਇਸ ਤਰ੍ਹਾਂ ਆ ਜੀ, ਗੁਰੂ ਸਾਹਿਬ ਨੇ ਜੇ ਸਾਨੂੰ ਇੱਕ ਕਮਰਾ ਦਿੱਤਾ ਨਾ, ਅਸੀਂ ਆਪ ਰਹਿ ਰਹੇ ਹਾਂ ਤੇ ਅਸੀਂ ਗੁਰੂ ਸਾਹਿਬ ਨੂੰ ਵੀ ਉੱਥੇ ਬਿਠਾ ਸਕਦੇ ਹਾਂ। ਹਾਂਜੀ, ਇੱਕੋ ਕਮਰਾ ਸੀਗਾ ਤੇ ਮੇਰੇ ਜੀਵਨ ਦੇ ਵਿੱਚ ਬਹੁਤ ਬਦਲਾਅ ਆਇਆ ਕਿਉਂਕਿ ਮੇਰਾ ਘਰ ਵੀ ਬਣ ਗਿਆ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਮੈਨੂੰ ਘਰੇ ਲਿਆਂਦਾ ਤੇ ਘਰ ਬਣ ਹਾਂਜੀ, ਗਿਆ। ਘਰ ਵੀ ਬਣ ਗਿਆ ਮੇਰਾ। ਤੇ ਇੰਨੀ ਕੁ ਕਿਰਪਾ ਹੋਈ, ਮੈਂ ਆਪਣੇ ਬੱਚਿਆਂ ਨਾਲ ਵੀ ਸ਼ੇਅਰ ਕਰਦੀ, ਮੈਂ ਆਪਣੇ ਹਰ ਕਲਾਸ ਦੇ ਵਿੱਚ ਹਰ ਬੱਚੇ ਨਾਲ ਗੱਲ ਸ਼ੇਅਰ ਕਰਦੀ 6 ਤੋਂ ਉੱਪਰ ਵਾਲਿਆਂ ਨਾਲ, ਕਿਉਂਕਿ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਮੇਰੀ ਪਰਸਨਲ ਲਾਈਫ ਕੀ ਸੀ ਤੇ ਕੀ ਅੱਜ। ਬਿਲਕੁਲ ਜੀ ਸੰਗਤ ਜੀ, ਅਸਲ 'ਚ ਜਿਹੜੇ ਅਸੀਂ ਇਹ ਅਨੁਭਵ ਲੈ ਰਹੇ ਆ ਨਾ, ਸਾਡਾ ਵੀ ਇਹੋ ਮਨੋਰਥ ਹੈ ਕਿ ਇਹਨਾਂ ਦੇ ਅਨੁਭਵ ਸੁਣ ਕੇ ਸ਼ਾਇਦ ਕੋਈ ਬੈਠਾ ਦੂਰ ਉਹ ਜੁੜ ਜੇ ਗੁਰੂ ਦੇ ਨਾਲ, ਹਨਾ, ਕੋਈ ਟੁੱਟਿਆ ਹੋਇਆ ਜੁੜ ਜੇ, ਕੋਈ ਥੱਲੇ ਡਿੱਗਿਆ ਹੋਇਆ ਉੱਪਰ ਉੱਠ ਜੇ, ਹਾਂ, ਕੋਈ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਜਾਵੇ ਸਹਿਜ ਪਾਠ ਕਰਕੇ। ਜੀ ਮੇਰੇ ਜਦੋਂ ਮਾਤਾ ਪਿਤਾ ਨਹੀਂ ਸੀ ਤੇ ਚਾਚਾ ਜੀ ਸੀ, ਤੇ ਮੇਰੀ ਜਿਹੜੀ ਮੈਰਿਜ 16 ਸਾਲ 5 ਮੰਥ ਦੀ ਕਰਤੇ, ਆਪਣੇ ਹਸਬੰਡ ਨੂੰ ਬਿਲਕੁਲ ਨਹੀਂ ਸੀ ਦੇਖਿਆ, ਉਹਨਾਂ ਦੇ ਲੱਤ ਵਿੱਚ ਨੁਕਸ ਸੀਗਾ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਕਰ ਦੋ ਤੁਸੀਂ, ਕੋਈ ਗੱਲ ਨਹੀਂ। 8 ਦਿਨ ਦੇ ਵਿੱਚ ਮੇਰੀ ਮੈਰਿਜ ਹੋ ਗਈ। ਚਲੋ ਇਹਨਾਂ ਨੂੰ ਉਹ ਕਟਿੰਗ ਵਾਲੇ ਸੀ ਜੇ ਪਹਿਲਾਂ। ਅੱਛਾ ਜੀ। ਹਾਂਜੀ, ਤੇ ਮੈਂ ਬਹੁਤ ਰੋਣਾ, ਮੈਂ ਕਹਿਣਾ ਕਿ ਮਹਾਰਾਜ ਕੀ ਆਏ ਕਿੱਦਾਂ ਦੀ ਮੈਨੂੰ ਮਤਲਬ ਜੀਵਨ ਸਾਥੀ ਦੇ ਦਿੱਤਾ, ਵੀ ਮੈਂ ਇਹਨਾਂ ਨੂੰ ਕਿਵੇਂ ਹੁਣ ਕੇਸ ਰਖਾਵਾਂ, ਕੀ ਕਰਾਂ ਮੈਂ। ਬਸ ਇੱਕ ਸਹਿਜ ਪਾਠ ਦੀ ਕਿਰਪਾ ਦੇ ਨਾਲ ਅੱਜ ਉਹ ਅੰਮ੍ਰਿਤਧਾਰੀ ਗੁਰਸਿੱਖ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਔਰ ਮੈਨੂੰ ਮਹਾਰਾਜ ਨੇ 2 ਭੁਜੰਗੀ ਦਿੱਤੇ। ਵਾਹ। ਔਰ ਦਮਦਮੀ ਟਕਸਾਲ ਦੇ ਵਿੱਚ ਉਹ ਸੰਥਿਆ ਲੈ ਰਹੇ ਨੇ ਤੇ ਅੱਜ ਉਹ ਗ੍ਰੈਜੂਏਸ਼ਨ ਕਰ ਰਿਹਾ, ਬਾਣੇ ਵਿੱਚ ਰਹਿੰਦੇ ਨੇ। ਹਾਂਜੀ, ਟਕਸਾਲੀ ਬਾਣਾ, ਉਹਨਾਂ ਨੇ ਕੋਈ ਫੰਕਸ਼ਨ ਪਾਰਟੀ ਹੋਵੇ ਉਹਨਾਂ ਨੇ ਬਾਣੇ 'ਚ ਹੀ ਜਾਣਾ। ਬਿਲਕੁਲ ਜੀ। ਦੇਖੋ ਸੰਗਤ ਜੀ, ਇੱਥੇ ਬੜੀ ਵਧੀਆ ਗੱਲ ਗੌਰ ਕਰਨ ਵਾਲੀ ਗੱਲ ਹੈ ਇੱਕ, ਕਿ ਜਿਵੇਂ ਅਸੀਂ ਪਹਿਲਾਂ ਵੀ ਅਧਿਆਪਕ ਸਾਹਿਬਾਨਾਂ ਨਾਲ ਗੱਲ ਕੀਤੀ ਆ ਕਿ ਜੇ ਬੇਟੀ ਕੁਆਰੇ ਹੁੰਦੇ ਮਤਲਬ ਕਿ ਸਹਿਜ ਪਾਠ ਕਰਦੀ ਹੋਵੇ, ਗੁਰੂ ਨਾਲ ਜੁੜੀ ਹੋਵੇ, ਤੇ ਉਹਨੂੰ ਅੱਗੋਂ ਘਰ ਵੀ ਇਹੋ ਜਿਹਾ ਗੁਰੂ ਵਾਲਾ ਮਿਲ ਜਾਂਦਾ ਹੈ। ਪਰ ਇੱਕ ਹੋਰ ਇੱਥੇ ਦੇਖੋ ਗੱਲ ਕੀ ਆਈ ਆ ਕਿ ਜੇ ਤੁਹਾਨੂੰ ਇੱਦਾਂ ਦਾ ਨਹੀਂ ਵੀ ਮਿਲਦਾ, ਹਨਾ, ਪਰ ਤੁਹਾਡੇ ਅੰਦਰ ਇੰਨੀ ਕੁ ਸ਼ਮਤਾ ਹੁੰਦੀ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਬਦਲ ਸਕਦੇ ਹੋ। ਕਾਹਦੇ ਨਾਲ? ਕਿਹੜੀ ਸ਼ਕਤੀ ਨਾਲ? ਗੁਰੂ ਦੀ ਸ਼ਕਤੀ ਨਾਲ, ਹਨਾ, ਬਾਣੀ ਦੀ ਸ਼ਕਤੀ ਨਾਲ। ਮਤਲਬ ਕਿ ਦੇਖੋ, ਹਾਂ, ਕਰ ਰਹੀ ਸੀ ਵੀਰ ਜੀ, ਮੈਂ ਸਹਿਜ ਪਾਠ ਹੀ ਕਰ ਰਹੀ ਸੀ ਤੇ ਡਾਕੀਆ ਬਾਹਰ ਆਇਆ ਜੀ, ਤੇ ਪਾਸਪੋਰਟ ਦੇਣ ਵਾਸਤੇ। ਪਾਸਪੋਰਟ ਅਪਲਾਈ ਕੀਤਾ ਸੀਗਾ ਹਸਬੰਡ ਦਾ, ਉਹ ਦਿਹਾੜੀ ਕਰਦੇ ਸੀ ਪਹਿਲਾਂ। ਠੀਕ ਹੈ ਜੀ। ਮੇਰੀ ਇੰਨਾ ਕੁ ਜੀਵਨ ਖਰਾਬ ਸੀ ਕਿ ਮੈਂ ਦੱਸ ਨਹੀਂ ਸਕਦੀ, ਮੇਰੇ ਤੁਸੀਂ ਘਰ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ। ਮੈਂ ਤੁਹਾਨੂੰ ਦੱਸਿਆ ਮੇਰਾ ਇੱਕ ਕਮਰਾ ਸੀਗਾ। ਕੋਈ ਗੱਲ ਨਹੀਂ ਜੀ। ਜੀ ਤੇ ਜਦੋਂ ਮੈਂ ਸਹਿਜ ਪਾਠ ਕਰਦੀ ਕਰਦੀ ਉੱਠ ਕੇ ਗਈ ਆ ਤੇ ਉਹ ਡਾਕੀਏ ਨੇ ਮੈਨੂੰ ਫੜਾਇਆ ਤੇ 10 ਦਿਨਾਂ ਦੇ ਬਾਅਦ ਉਹਨਾਂ ਦਾ ਵੀਜ਼ਾ ਆਇਆ ਜੀ। ਉਹ ਬਾਹਰ ਚਲੇ ਗਏ। ਉਸ ਤੋਂ ਬਾਅਦ ਉਹਨਾਂ ਦਾ ਜੋ ਨਸ਼ਾ ਵੀ ਕਰਦੇ ਸੀ ਉਹ ਵੀ ਉੱਥੇ ਛੁੱਟ ਗਿਆ ਜਾ ਕੇ। ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਮੈਂ ਹੁਣ ਕੇਸ ਰੱਖ ਲਏ, ਜੇ ਮੈਂ ਆਪਣੇ ਪਰਿਵਾਰ ਤੋਂ ਬਿਨਾਂ ਰਹਿ ਸਕਦਾ ਤੇ ਮੈਂ ਨਸ਼ੇ ਤੋਂ ਬਿਨਾਂ ਵੀ ਰਹਿ ਸਕਦਾ। ਵਾਹ ਵਾਹ। ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕੇਸ ਰੱਖੇ ਤੇ ਦਾੜਾ ਥੋੜਾ ਥੋੜਾ ਕਟਿੰਗ ਕਰਵਾ ਲੈਂਦੇ ਸੀਗੇ। ਫਿਰ ਮੇਰੇ ਜਦੋਂ ਭਚੰਗੀ ਹੋਏ, ਜਦੋਂ ਭਚੰਗੀਆਂ ਦੀ ਫੋਟੋ ਉਹਨਾਂ ਨੂੰ ਸੈਂਡ ਕਰਨੀ ਤੇ ਲਾਗਲੇ ਸਾਥੀਆਂ ਨੇ ਕਹਿਣਾ ਕਿ ਇਹ ਤੁਹਾਡੇ ਭਚੰਗੀ ਆ, ਲੱਗਦਾ ਨਹੀਂ ਤੁਹਾਡੇ ਭਚੰਗੀ ਆ। ਇਹ ਤੇ ਬਹੁਤ ਕਿਰਪਾ ਇਹਨਾਂ ਤੇ, ਇਹ ਤੇ ਫੇਸ ਇਹਨਾਂ ਦਾ ਜਗਦਾ ਆ। ਕੀ ਕਰਦੇ ਆ? ਕਹਿੰਦੇ ਵੀ ਮੇਰੀ ਜਿਹੜੀ ਵਾਈਫ ਆ ਉਹ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖਦੀ ਆ। ਉਹ 5ਵੀਂ ਕਲਾਸ ਤੋਂ ਬੱਚੇ ਜਿਹੜੇ ਆ ਉਹ ਕੀਰਤਨ ਦੀ ਸਿੱਖਿਆ ਲੈ ਰਹੇ ਪ੍ਰੋਫੈਸਰ ਵੇਲ ਸਿੰਘ ਜੀ ਕੋਲ, ਤੇ ਹੁਣ ਤੱਕ ਉਹਨਾਂ ਨੂੰ ਘੱਟੋ ਘੱਟ ਨਹੀਂ 50 ਤੋਂ ਉੱਪਰ ਰਾਗ ਜਿਹੜੇ ਆ ਪੱਕੇ ਰਾਗ ਉਹਨਾਂ ਨੇ ਕਰ ਲਏ ਆ। ਤੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿੱਚ ਵੀ ਉਹ ਜਿਹੜੀ ਹਾਜ਼ਰੀ ਭਰ ਆਏ ਨੇ। ਜਿੰਨਾ ਮੈਂ ਲੇਟ ਸੀ ਉਹਨਾਂ ਮੇਰੇ ਬੱਚੇ ਐਡਵਾਂਸ ਚੱਲ ਰਹੇ ਕਿ ਕਿਰਪਾ ਹੈ ਸਹਿਜ ਪਾਠ। ਸਹਿਜ ਪਾਠ ਦੀ ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ। ਬੜਾ ਵਧੀਆ ਆਪ ਜੀ ਦਾ ਜੀਵਨ ਜੀ, ਤੁਸੀਂ ਬੜਾ ਵਧੀਆ ਸੰਗਤ ਨੂੰ ਆਪਣਾ ਸਾਰਾ ਜੀਵਨ ਦੱਸਿਆ ਹੈ ਤੇ ਮੇਰੇ ਹਿਸਾਬ ਨਾਲ ਬੜੀ ਸੰਗਤ ਸੁਣ ਕੇ ਤੇ ਜ਼ਰੂਰ ਆਪ ਜੀ ਦੀ ਸਿੱਖਿਆ ਤੇ ਇਸ ਚੀਜ਼ ਤੇ ਚੱਲੇਗੀ। ਮਾਤਾ ਕੌਲਾ ਜੀ ਭਲਾਈ ਕੇਂਦਰ ਅਸੀਂ ਸੰਪੂਰਨ ਕਰਨ ਵਾਸਤੇ ਪਾਠ ਗਏ ਜੀ, ਤੇ ਅਗਲੇ ਦਿਨ ਮੇਰੀ ਗ੍ਰੈਜੂਏਸ਼ਨ ਵਿੱਚ ਐਡਮਿਸ਼ਨ ਹੋ ਗਈ ਜੀ। ਵਾਹ ਜੀ ਵਾਹ, ਸੋ ਨਿਹਾਲ, ਸਤਿ ਸ੍ਰੀ ਅਕਾਲ। ਦੇਖੋ ਜੀ, ਪੰਕਤੀ ਚੇਤੇ ਆ ਰਹੀ ਹੈ ਜੀ। ਬੋਲੋ, ਅਗਾਂਹ ਪਿੱਛਾ ਦੇਖਣਾ ਮੋਢੜਾ ਨਾਨਕ ਸਿੰਘ ਅਵੇਹਾ ਵਾਰਜਿਓ ਅਗਾਂਹ ਕੋ ਉਤਰਾਂਗ। ਪਰ ਇੱਕ ਮੈਨੂੰ ਪੰਕਤੀ ਹੋਰ ਜਿਹੜੀ ਚੇਤੇ ਆ ਰਹੀ ਹੋਇਆ ਵਾ, ਇਹ ਪੰਕਤੀ ਅੱਗੇ ਆ ਗਈ, ਪਾਸ਼ੰ ਕ੍ਰੋਧ ਅਗਨੀਵੈ, ਪਾਸ਼ੰ ਕ੍ਰੋਧ ਅਗਨੀਵੈ। ਵੀ ਜਿਹੜੇ ਪਿੱਛੇ ਹੁੰਦੇ ਆ ਨਾ, ਵਾਹਿਗੁਰੂ ਨੂੰ ਸਭ ਤੋਂ ਪਹਿਲੀਆਂ ਕਿਤਾਰਾਂ ਵਿੱਚ ਲੈ ਜਾਂਦਾ। ਜਿੰਨਾ ਜ਼ਿੰਦਗੀ 'ਚ ਪਿੱਛੇ ਸੀ ਹੁਣ ਵਾਹਿਗੁਰੂ ਉਹਨਾਂ ਅੱਗੇ ਲੈ ਕੇ ਆ, ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਜਾਂਦਾ ਵਾਹਿਗੁਰੂ। ਹਾਂ, 37 ਸਾਲ ਹੋਈ, ਮੇਰਾ ਬੇਟਾ 19.5 ਸਾਲ ਦਾ ਹੋ ਗਿਆ। ਦੇਖੋ ਜੀ, ਸਭ ਤੋਂ ਵਧੀਆ ਗੱਲ ਇਹ ਹੋਈ ਹੈ ਕਿ ਇਸੇ ਕਰਕੇ ਅਸੀਂ ਕਹਿੰਦੇ ਕਿ ਬੇਟੀਆਂ ਨੂੰ ਗੁਰੂ ਨਾਲ ਜੋੜ ਦਿਓ। ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਜੀ, ਦੇਖ ਲਓ ਕਿ ਪਰਿਵਾਰ ਕਿੱਦਾਂ ਇਹਨਾਂ ਨੇ ਆਪਣਾ ਸੰਭਾਲਿਆ ਤੇ ਕਿੱਦਾਂ ਨੂੰ ਗੁਰੂ ਨਾਲ ਜੋੜਤਾ, ਹਨਾ। ਬਿਲਕੁਲ ਹਾਂ, ਨਾਲ ਹੀ ਕਹਿ ਦਈਏ ਅਸੀਂ ਗੱਲ ਇਹ ਕਹਿੰਦੇ ਹੁੰਦੇ ਆ ਵੀ ਜਿਹੜੀ ਧੀ ਹੈ ਨਾ, ਜਦੋਂ ਬਾਣੀ ਪੜ੍ਹਨਾ ਸ਼ੁਰੂ ਕਰਦੀ ਹੈ ਉਹ ਪੇਕੇ ਪਰਿਵਾਰ ਨੂੰ ਬਚਾ ਲੈਂਦੀ ਹੈ, ਸਹੁਰੇ ਪਰਿਵਾਰ ਨੂੰ ਵੀ ਬਚਾ ਲੈਂਦੀ ਹੈ ਤੇ ਆਉਣ ਵਾਲੀ ਜਨਰੇਸ਼ਨ ਨੂੰ ਬਚਾ ਲੈਂਦੀ ਹੈ।
ਤੇ ਇਹ ਪ੍ਰਤੱਖ ਹੈ ਜੀ ਵਾਹਿਗੁਰੂ ਦੀ ਪ੍ਰਤੱਖ ਹੈ ਕਿਰਪਾ ਜੀ, ਨਾਲ। ਬਿਲਕੁਲ। ਵਾਹ ਜੀ ਵਾਹ, ਬਹੁਤ ਬਹੁਤ ਚੜ੍ਹਦੀ ਕਲਾ। ਵਾਹ ਜੀ, ਗੁਰੂ ਗੋਬਿੰਦ ਸਿੰਘ ਜੀ ਪੂਰਾ ਆਪਣੀ ਧੀ ਦਾ ਧਿਆਨ ਰੱਖਦੇ ਨੇ। ਗੁਰੂ ਗੋਬਿੰਦ ਸਿੰਘ ਜੀ ਵੇਖੋ ਸਿਰ ਤੇ ਹੱਥ ਆ ਤੇ ਧੀ ਇਹ ਦਾ ਸਾਰਾ ਧਿਆਨ ਉਹ ਕੁਛ ਤਾਂ ਰੱਖਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਪਿਤਾ ਮੰਨਿਆ ਹੈ ਹਾਂਜੀ, ਹਨਾ। ਬਹੁਤ ਵਧੀਆ ਗੱਲ, ਮੇਨ ਗੱਲ ਇਹਨੇ ਮੰਨਿਆ ਹੈ ਕਿ ਉਹ ਮੇਰਾ ਪਿਓ ਆ, ਤੇ ਪਿਓ ਤੇ ਹਮੇਸ਼ਾ ਹੀ ਆਪਣੀ ਧੀਆਂ ਦੇ ਅੰਗ ਸੰਗ ਰਹਿੰਦਾ ਜੀ। ਹਾਂ, ਉਹਨਾਂ ਨੇ ਸਾਨੂੰ ਕਿਹਾ ਸੀ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में करो निवास, जब लग खालसा रहे न्यारा तब लग तेज दियो मैं सारा। ਤੇ ਤੁਹਾਡੇ ਤੇ ਉਹ ਚੀਜ਼ ਬਿਲਕੁਲ ਵਾਪਰਦੀ ਪਈ ਹੈ ਜੀ ਹਨਾ। ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਕੀ ਪ੍ਰਤੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗਾ ਜੀ ਆਪ ਜੀ ਨਾਲ ਗੱਲਬਾਤ ਕਰਕੇ। ਹਾਂਜੀ ਪੁੱਤਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭ ਨਾਮ ਆਪ ਜੀ ਦਾ ਜੀ? ਸਰ ਰਣਜੋਤ ਸਿੰਘ ਰਣਜੋਤ ਸਿੰਘ ਜੀ। ਕਿਹੜੀ ਕਲਾਸ ਪੜ੍ਹਦੇ ਹੋ? ਸਰ 10ਵੀਂ ਚ 10ਵੀਂ ਕਲਾਸ ਪੜ੍ਹਦੇ ਹੋ। ਕਿੰਨਵਾਂ ਸਹਿਜ ਪਾਠ ਆਪ ਜੀ ਦਾ? ਸਰ ਚੌਥਾ ਚੌਥਾ ਸਹਿਜ ਪਾਠ ਹੈ। ਪਹਿਲਾਂ ਕਦੋਂ ਸ਼ੁਰੂ ਕੀਤਾ ਸੀ? ਸਰ 6ਵੀਂ ਕਲਾਸ ਚ 6ਵੀਂ ਕਲਾਸ 'ਚ ਕਰ ਲਿਆ ਸੀ। ਤੇ ਉਹ ਆਪ ਕੀਤਾ ਸੀ ਕਿ ਮਾਤਾ ਪਿਤਾ ਇਹਨਾਂ ਮਿਲ ਕੇ ਜਾਂ? ਮੇਰੀ ਭੈਣ ਨੇ ਨਾਲ ਕਰਾਇਆ ਪਹਿਲਾਂ। ਅੱਛਾ, ਤੁਹਾਡੀ ਸਿਸਟਰ ਨੇ ਕਰਵਾਇਆ ਸੀ। ਤੇ ਉਹ ਹੁਣ ਕੀ ਕਰਦੇ ਪਏ ਨੇ? ਆ ਮੇਰੀ ਸਿਸਟਰ ਨਾਲ ਹੀ ਹੈ। ਵਾਹ ਜੀ ਵਾਹ। ਅੱਛਾ, ਤੁਸੀਂ ਇਹਨਾਂ ਦੀ ਗੱਲ ਕਰ ਰਹੇ ਸੀ। ਲਓ ਜੀ ਸੰਗਤ ਜੀ, ਆਪਾਂ ਇਸੇ ਅਨੁਭਵ ਲਿੱਤਾ ਹੁਣੇ ਬੇਟੀ ਦਾ। ਇਹਨਾਂ ਨੇ ਵੀਰ ਜੀ ਦੱਸਿਆ ਹੈ ਕਿ ਜੋ ਛੋਟਾ ਸੀ ਨਾ ਇਹ, ਤੇ ਇਹ ਚੱਲ ਨਹੀਂ ਪਾਉਂਦੇ ਸੀ, ਬਾਈ ਬਰਥ ਹੀ ਲੱਤਾਂ ਕਮਜ਼ੋਰ ਸੀ ਤੇ ਚੱਲਦੇ ਨਹੀਂ ਸੀ। ਤੇ ਇਹਨਾਂ ਨੇ ਸਹਿਜ ਪਾਠ ਸ਼ੁਰੂ ਕੀਤਾ ਇਹਨਾਂ ਦੇ ਵਾਸਤੇ, ਤੇ ਅਰਦਾਸ ਕਰਦੇ ਹੁੰਦੇ ਸੀ। ਤੇ ਅੱਜ ਤੁਹਾਡੇ ਸਾਹਮਣੇ ਖੜਾ ਹੈ ਜੀ ਇਹ ਬੇਟਾ। ਤੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਤੇ ਚੌਥਾ ਸਹਿਜ ਪਾਠ ਤੁਸੀਂ ਜ਼ਰੂਰ ਦੱਸੋ ਆਪਣੇ ਸਹਿਜ ਪਾਠ ਦਾ ਅਨੁਭਵ ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਕ ਤੇ ਵਾਹਿਗੁਰੂ ਨੇ ਤੁਹਾਨੂੰ ਨਵਾਂ ਜੀਵਨ ਦੇ ਦਿੱਤਾ, ਠੀਕ ਹੈ ਨਾ। ਇਹ ਵਾਹਿਗੁਰੂ ਦਾ ਹੁਕਮ ਹੁੰਦਾ, ਜੇਕਰ ਹੈਗਾ ਵੇ ਕੋਈ ਇਦਾਂ ਦਾ ਤੇ ਕੋਈ ਪ੍ਰੋਬਲਮ ਨਹੀਂ, ਬਿਲਕੁਲ ਠੀਕ ਹੈ। ਭਾਈ ਵਾਹਿਗੁਰੂ ਦੇ ਹੁਕਮ 'ਚ ਕਰਮਾਂ ਦੀ ਖੇਡ ਹੈ। ਬਿਲਕੁਲ। ਪਰ ਸਤਿਗੁਰੂ ਨੇ ਬਖਸ਼ਿਸ਼ ਵੀ ਕਰਦੇ ਨੇ ਸਤਿਗੁਰੂ। ਹੁਣ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਸਹਿਜ ਪਾਠ ਕਰਕੇ? ਸਰ ਬਹੁਤ ਜਿਵੇਂ ਸੱਲ ਬਣ ਗਿਆ ਜੀ ਸਰ। ਸਾਡੇ ਮੇਰੇ ਨਾ ਦਿਮਾਗ 'ਚ ਨਿੱਕੇ ਹੁੰਦੇ ਸੱਟ ਲੱਗ ਗਈ ਜੀ ਤੇ ਸੋਜ ਪੈ ਗਈ ਸੀ। ਬਹੁਤ ਦਵਾਈ ਖਾਧੀ ਜੀ। ਜਦੋਂ ਸਹਿਜ ਪਾਠ ਕਰਨ ਲੱਗਾ ਫਿਰ ਉਹਦਾ ਵੀ ਫਰਕ ਪਿਆ। ਬਹੁਤ ਸਿਰ ਪੀੜ ਹੁੰਦਾ ਹੈ, ਰਾਤ ਨੀਂਦ ਨਹੀਂ ਹੁੰਦੀ, ਹਾਂ। ਤੇ ਨਾਲ ਅਲਰਜੀ ਬੜੀ ਹੋਈ ਸੀ। ਇੱਕ ਹੋਰ ਗੱਲ ਤੁਸੀਂ ਕਿਹਾ ਤੁਸੀਂ ਕੇਸ ਰੱਖੇ ਹੋਏ ਨਾ ਉਹਦਾ ਹਨਾ। ਤੇ ਜ਼ਿਆਦਾਤਰ ਬॉयਜ਼ 9th ਦੇ ਵਿੱਚ ਆ ਕਹਿੰਦੇ ਵੀ ਮੇਰੇ ਕੇਸ ਨੇ ਸਿਰ ਪੀੜ ਹੋਲਾ ਪੈਂਦੀ, ਭਾਰਾ ਹੋ ਜਾਂਦਾ। ਜਿਵੇਂ ਤੁਸੀਂ ਦੱਸ ਰਹੇ ਵੀ ਤੁਹਾਡੇ ਸੱਟ ਵੀ ਲੱਗੀ ਸੀ, ਤੇ ਤੁਹਾਨੂੰ ਕਦੀ ਕੋਈ ਮੁਸ਼ਕਿਲ ਨਹੀਂ ਆਈ ਜਾਂ ਸਰ ਨੇ ਨਹੀਂ ਆਈ? ਵੇਖ ਕੇ ਮਹਿਸੂਸ ਹੁੰਦਾ ਜਦੋਂ ਵਾਲ ਕਟਾ ਨੂੰ ਕਿਹੋ ਜਿਹਾ ਲੱਗੂਗਾ। ਮਤਲਬ ਕਿ ਵੀ ਬਾਣੀ ਪੜ੍ਹਦੇ ਤੇ ਜਦੋਂ ਬਾਣੀ ਪੜ੍ਹਦੇ ਮਤਲਬ ਕਿ ਤੁਹਾਡੇ ਅੰਦਰ ਇਹ ਚੀਜ਼ ਰਹੀ ਕਿ ਮੈਂ ਜੇ ਗੁਰੂ ਤੋਂ ਮਨਮੁਖ ਨਾ ਹੋ ਜਾ ਹਨਾ, ਮਤਲਬ ਕਿ ਜੇ ਕੇਸ ਕਟਾ ਦੂੰਗਾ ਤੇ ਕਿੱਦਾਂ ਦਾ ਲੱਗੂਗਾ। ਆ ਜਿਹੜਾ ਤਾਜ ਪਰਮੇਸ਼ਰ ਨੇ ਹਮ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਇਹ ਤੋਂ ਬਗੈਰ ਨਹੀਂ ਰਿਹਾ ਜਾਂਦਾ ਹਨਾ। ਕੀ ਤੁਸੀਂ ਨੌਜਵਾਨ ਪੀੜ੍ਹੀ ਨੂੰ, ਆਪਣੇ ਵਰਗੇ ਜਿਹੜੇ ਬੱਚੇ ਨੇ 15 16 17 ਸਾਲ ਦੇ ਬੱਚੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਇਹੋ ਕਹਿਣਾ ਚਾਹੂੰਗਾ ਕਿ ਪਾਠ ਕਰੋ ਜਿੰਨਾ ਹੋ ਸਕਦਾ, ਅੱਗੇ ਜੀਵਨ ਬਦਲ ਜਾਂਦਾ ਸਾਰਾ। ਜੋ ਘਰ 'ਚ ਵੀ ਕੰਡ ਆ ਜਾਂਦੇ ਨਾਲ ਰਲ ਕੇ, ਮੇਰੇ ਮਾਤਾ ਜੀ ਵੀ ਨਾਲ ਕਰਦੇ ਆ। ਅੱਛਾ, ਮਾਤਾ ਜੀ ਵੀ ਨਾਲ ਕਰਦੇ ਨੇ। ਕੁਝ ਆਪਣੇ ਵਰਗੇ ਨੌਜਵਾਨਾਂ ਨੂੰ ਦਸਤਾਰ ਬਾਰੇ ਕੁਝ ਕਹਿਣਾ ਚਾਹੋਗੇ? ਦਸਤਾਰ ਬੰਨ੍ਹਣੀ ਚਾਹੀਦੀ, ਬਹੁਤ ਸੋਹਣੇ ਲੱਗਦੇ ਆ ਦਸਤਾਰ ਬੰਨ੍ਹੀ ਸੁਣ ਲੱਗਦੇ ਹੋ। ਹਾਂ, ਸ਼ਾਬਾਸ਼ ਪੁੱਤਰ। ਆਪ ਜੀ ਦਾ ਸ਼ੁਭ ਨਾਮ ਜੀ? ਬਲਜੀਤ ਸਿੰਘ। ਬਲਜੀਤ ਸਿੰਘ ਜੀ। ਕਿਹੜੀ ਕਲਾਸ ਪੜ੍ਹਦੇ ਹੋ? 10ਵੀਂ ਕਲਾਸ। 10ਵੀਂ ਕਲਾਸ ਪੜ੍ਹਦੇ। ਕਿੰਨਵਾਂ ਸਹਿਜ ਪਾਠ ਆਪ ਜੀ ਦਾ? ਦੂਸਰਾ ਸਹਿਜ ਪਾਠ। ਕੀ ਅਨੁਭਵ ਹੈ ਆਪ ਜੀ ਦਾ? ਸਰ ਮੇਰਾ ਅਨੁਭਵ ਇਹ ਵੀ ਪਹਿਲਾਂ ਸਾਡੇ ਘਰ ਦਾ ਮਾਹੌਲ ਵੀ ਨਹੀਂ ਠੀਕ ਹੁੰਦਾ ਸਹਿਜ ਪਾਠ ਤੋਂ ਪਹਿਲਾਂ। ਹੁਣ ਜਿਵੇਂ ਮੈਂ ਸਹਿਜ ਪਾਠ ਸ਼ੁਰੂ ਕੀਤਾ, ਘਰ ਦਾ ਮਾਹੌਲ ਵੀ ਵਧੀਆ ਆਇਆ ਤੇ ਮੇਰੀ ਪੜ੍ਹਾਈ 'ਚ ਵੀ ਕਾਫੀ ਸੁਧਾਰ ਹੋਇਆ। ਘਰ ਵਿੱਚ ਸਭ ਤੋਂ ਪਹਿਲਾਂ ਸਹਿਜ ਪਾਠ ਆਪ ਜੀ ਨੇ ਆਰੰਭ ਕੀਤਾ ਸੀ? ਸਰ ਮੇਰੀ ਸਿਸਟਰ ਨੇ ਕੀਤਾ ਸੀ। ਸਿਸਟਰ ਨੇ ਕੀਤਾ ਸੀ, ਉਸ ਤੋਂ ਬਾਅਦ ਫਿਰ ਤੁਸੀਂ ਕੀਤਾ? ਹਾਂਜੀ। ਤੇ ਕਿੱਦਾਂ ਦਾ ਲੱਗਦਾ ਪਿਆ ਮਤਲਬ ਕਿ ਤੁਹਾਨੂੰ ਘਰ ਵਿੱਚ ਕੋਈ ਮੰਮੀ ਡੈਡੀ ਨਾਲ ਕਰਦੇ ਹੋਣ ਕਿ ਨਹੀਂ ਹੁੰਦਾ ਵੈਸੇ ਜੇ? ਸਰ ਪਹਿਲਾਂ ਸੀ, ਹੈ ਪਹਿਲਾਂ ਵੀ ਘਰ ਦਾ ਮਾਹੌਲ ਨਹੀਂ ਠੀਕ, ਹੁਣ ਬਦਲ ਗਿਆ ਤੇ ਹੁਣ ਬਦਲ ਗਿਆ? ਹਾਂਜੀ। ਹੁਣ ਚੜ੍ਹਦੀ ਕਲਾ ਹੋ ਗਈ ਹੈ। ਤੇ ਪਾਠ ਘਰ 'ਚ ਮੈਂ ਤੇ ਮੇਰੀ ਸਿਸਟਰ ਕਰਦੇ। ਸਿਸਟਰ ਹੀ ਕਰਦੇ ਹੋ? ਹਾਂਜੀ। ਸ਼ਾਬਾਸ਼। ਤੇ ਤੁਹਾਡੀ ਪੜ੍ਹਾਈ ਵਿੱਚ ਕੋਈ ਬਦਲਾਅ ਆਇਆ ਹੋਵੇ? ਹਾਂਜੀ, ਬਹੁਤ ਜ਼ਿਆਦਾ ਸਰ ਬਦਲਾਅ ਆਇਆ ਪੜ੍ਹਾਈ ਦੇ ਵਿੱਚ ਵੀ। ਠੀਕ ਹੈ ਜੀ। ਤੇ ਕੋਈ ਹੋਰ ਕੁਝ ਕਹਿਣਾ? ਸਰ ਬਹੁਤ ਨੰਬਰ ਵਧੇ ਅੱਗੇ। ਨੰਬਰ ਵਧੇ ਆ ਜੀ, ਬਿਲਕੁਲ ਬਿਲਕੁਲ ਨੰਬਰ ਵਧੇ ਆ। ਧੰਨਵਾਦ ਜੀ ਆਪ ਜੀ ਦਾ, ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਬੜਾ ਵਧੀਆ ਐਕਸਪੀਰੀਅੰਸ ਹੈ ਜੀ ਇਹਨਾਂ ਬੱਚਿਆਂ ਦਾ, ਬੜਾ ਵਧੀਆ ਅਨੁਭਵ ਹੈ। ਇਹੋ ਅਨੁਭਵ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਸੰਗਤ ਨਾਲ, ਤਾਂ ਕਿ ਇਹਨਾਂ ਵੱਲ ਦੇਖ ਕੇ ਕੋਈ ਹੋਰ ਜਗਿਆਸੂ ਜੁੜੇ, ਜਿਹੜਾ ਬੈਠਾ ਚੁੱਪ ਕਰ ਘਰ ਵਿੱਚ ਹੈ ਨਾ, ਜਿਹੜਾ ਸ਼ਾਂਤ ਹੋ ਕੇ ਬੈਠਾ, ਜਿਹੜਾ ਖਿੱਚਦਾ ਪਿਆ ਹੈ। ਜਿਵੇਂ ਬੱਚਿਆਂ ਨੇ ਕਿਹਾ ਖਿੱਚਪਨ ਬਹੁਤ ਜ਼ਿਆਦਾ ਹੈ, ਮਾਤਾ ਪਿਤਾ ਨਾਲ ਖਿੱਚ ਕੇ ਬੋਲਦੇ ਆ, ਆਪਣੇ ਅਧਿਆਪਕ ਨਾਲ ਖਿੱਚ ਕੇ ਬੋਲਦੇ ਆ ਹੈ ਨਾ, ਕੋਈ ਗੱਲ ਨਹੀਂ ਮੰਨਦੇ। ਪਰ ਇਹਨਾਂ ਦਾ ਅਨੁਭਵ ਸੁਣ ਕੇ ਸ਼ਾਇਦ ਕੋਈ ਰੂਹ ਜਾਗ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।